ਬਾਪੂ ਦੇ ਮੋਢੇ ਤੇ ਬੇਬੇ ਦੇ ਗੋਡੇ ਹਰੇਕ ਘਰ ਦੇ ਵਿੱਚ ਲਗਭਗ ਜਿਹੜੀ ਪ੍ਰੋਬਲਮ ਹੈ ਉਹ ਆਈ ਹੋਈ ਹੈ। ਤੁਸੀਂ ਇਹ ਦਿਮਾਗ ਚੋਂ ਕੱਢ ਦਿਓ ਕਿ ਆਪਰੇਸ਼ਨ ਤੋਂ ਬਿਨਾ ਇਲਾਜ ਨਹੀਂ ਹੋ ਸਕਦਾ। ਆਪਰੇਸ਼ਨ ਤੋਂ ਬਿਨਾ ਇਲਾਜ ਬਹੁਤ ਸੰਭਵ ਹੈਗਾ। ਆਖਿਰ ਗੋਡੇ ਇੰਨੇ ਜ਼ਿਆਦਾ ਖਰਾਬ ਹੋਣ ਦਾ ਕਾਰਨ ਕੀ ਹੈ? ਇਹ ਕਾਰਟਿਲੇਜ ਜਿਹੜਾ ਹੈਗਾ ਇਹ ਸੁੱਕਦਾ ਜਾਂ ਇਹ ਦਾ ਟੀਅਰ ਹੁੰਦਾ ਹੈਗਾ, ਇਹਦੇ ਵਿੱਚ ਲੁਬਰੀਕੇਸ਼ਨ ਹੁੰਦੀ ਹੈ ਜਿਹਦੇ ਉੱਤੇ ਆਪਣਾ ਗੋਡਾ ਮੂਵ ਕਰਦਾ ਹੈ। ਅਗਰ ਇਹ ਲੁਬਰੀਕੇਸ਼ਨ ਖਤਮ ਹੋ ਜੇ ਤਾਂ ਗੋਡਾ ਆਪਸ ਵਿੱਚ ਜੁੜ ਜਾਂਦਾ ਹੈ। ਕੋਈ ਐਕਸਰਸਾਈਜ਼ ਤੁਸੀਂ ਦੱਸ ਸਕਦੇ ਹੋ ਕਿ ਜਿਸ ਐਕਸਰਸਾਈਜ਼ ਅਸੀਂ ਕਰੀਏ ਤੇ ਐਕਸਰਸਾਈਜ਼ ਤੋਂ ਬਾਅਦ ਸਾਡੇ ਗੋਡਿਆਂ ਦੇ ਦਰਦ ਦੇ ਵਿੱਚ ਰਾਹਤ ਫੀਲ ਕਰੀਏ ਅਸੀਂ? ਤਾਂ ਸਾਡੇ ਲਈ ਜ਼ਰੂਰੀ ਕੀ ਹੈਗਾ ਕਿ ਅਸੀਂ ਇਹਨਾਂ ਗੋਡਿਆਂ ਨੂੰ ਖੋਲੀਏ, ਔਰ ਇਹਨਾਂ ਗੋਡਿਆਂ ਨੂੰ ਖੋਲ੍ਹਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨੀ ਹੈ। ਤੁਹਾਡੇ ਗੋਡੇ ਸਿੱਧੇ ਹੋਣੇ ਚਾਹੀਦੇ ਆ ਤੇ ਗੋਡੇ ਆਪਸ ਵਿੱਚ ਜੁੜੇ ਹੋਏ ਹੋਣੇ ਚਾਹੀਦੇ ਆ। ਗੋਡੇ ਫੈਲਾ ਕੇ ਐਕਸਰਸਾਈਜ਼ ਕਰੋਗੇ ਕੋਈ ਫਾਇਦਾ ਨਹੀਂ ਹੋਏਗਾ, ਨੁਕਸਾਨ ਹੋਏਗਾ। ਆਪਣਾ ਇੱਕ ਕੱਪੜੇ ਦਾ ਇਹਨੂੰ ਜਿਵੇਂ ਆਪਾਂ ਕਹਿੰਦੇ ਕਿ ਰੋਲ ਜਾਂ ਕਰ ਲਿਆ ਟਾਵਲ ਨੂੰ, ਉਹ ਤੁਸੀਂ ਗੋਡੇ ਦੇ ਨੀਚੇ ਰੱਖਣਾ ਹੈ। ਡਾਕਟਰ ਸਾਹਿਬ, ਜਿਹੜਾ ਤੁਹਾਡੇ ਕੋਲ ਫਾਰਮੂਲਾ ਬਣਾਇਆ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੋਡਿਆਂ ਵਾਸਤੇ ਚਮਤਕਾਰ ਤੱਕ ਦਾ ਅਸੀਂ ਕੰਮ ਕਰਦਾ ਜਦੋਂ ਤੱਕ ਅਸੀਂ ਐਕਸਰਸਾਈਜ਼ ਨਾਲ ਉਸ ਫਾਰਮੂਲੇ ਨੂੰ ਅਡਾਪਟ ਕਰਦੇ ਹਾਂ, ਇਸ ਤਰ੍ਹਾਂ ਦਾ ਕੀ ਹੈ ਜੀ ਉਸ ਦੇ ਵਿੱਚ? ਉਹ ਹੈ ਸਾਡਾ ਅੰਬਲਾਈਕਲ ਆਇਲ। ਇਹ ਇੱਕ ਸਪੈਸ਼ਲ ਪ੍ਰੋਸੈਸ ਦੇ ਵਿੱਚ ਦੀ ਗੁਜ਼ਾਰ ਕੇ ਬਣਾਇਆ ਜਾਂਦਾ ਹੈ। ਇੱਕ ਸਿੰਪਲ ਜਿਹੇ ਆਇਲ ਨੂੰ ਬਹੁਤ ਜ਼ਿਆਦਾ ਜੋ ਸਾਡੀ ਧੁੰਨੀ ਹੈ, ਨੇਵਲ ਰੀਜਨ ਹੈਗਾ, ਇਹਦੇ ਵਿੱਚ ਦੀ ਸਾਡੀਆਂ 72,000 ਨਾੜੀਆਂ ਕ੍ਰਾਸ ਕਰਦੀਆਂ। ਗੋਡਿਆਂ ਦਾ ਦਰਦ ਸਾਨੂੰ ਹੋਵੇ ਨਾ, ਅਸੀਂ ਗੋਡਿਆਂ ਦੇ ਪੀੜਤ ਹੀ ਨਾ ਹੋਈਏ, ਤੇ ਸਾਨੂੰ ਫਿਰ ਜ਼ਿੰਦਗੀ ਦੇ ਵਿੱਚ ਕਿਹੜੇ ਪਰਹੇਜ਼ ਕਰਨੇ ਚਾਹੀਦੇ? ਸਰ, ਗੋਡਿਆਂ ਦਾ ਦਰਦ ਹੋਵੇ ਨਾ, ਇਹਦੇ ਲਈ ਕੀ ਪਰਹੇਜ਼ ਕਰਨੇ ਚਾਹੀਦੇ ਹੈਗੇ ਆ? ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਬੜਾ ਹੀ ਨਵੇਕਲਾ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਗੋਡੇ ਕਿਵੇਂ ਹਟਣਗੇ? ਕਹਿੰਦੇ ਨੇ ਬਾਪੂ ਦੇ ਮੋਢੇ ਤੇ ਬੇਬੇ ਦੇ ਗੋਡੇ ਹਰੇਕ ਘਰ ਦੇ ਵਿੱਚ ਲਗਭਗ ਜਿਹੜੀ ਪ੍ਰੋਬਲਮ ਹੈ ਉਹ ਆਈ ਹੋਈ ਹੈ। ਪਰ ਇਹ ਗੋਡੇ ਹਟਣਗੇ ਕਿਵੇਂ? ਗੋਡਿਆਂ ਦਾ ਦਰਦ ਕਿਸ ਤਰੀਕੇ ਨਾਲ ਦੂਰ ਹੋ ਸਕਦਾ ਹੈ? ਔਰ ਇਸ ਵੇਲੇ ਪੰਜਾਬ ਦੇ ਕੰਧਾਂ ਦੇ ਉੱਤੇ, ਪੰਜਾਬ ਦੇ ਟੈਲੀਵਿਜ਼ਨਾਂ ਦੇ ਉੱਤੇ ਔਰ ਮੋਬਾਈਲਾਂ ਦੇ ਉੱਤੇ ਖੂਬ ਸਾਰੀ ਜਿਹੜੀ ਐਡਵਰਟਾਈਜ਼ਮੈਂਟ ਹੈ ਗੋਡਿਆਂ ਦੇ ਦਰਦ ਨੂੰ ਲੈ ਕੇ ਹੋ ਰਹੀ ਹੈ, ਚਾਹੇ ਗੋਡਿਆਂ ਦੇ ਆਪਰੇਸ਼ਨ ਦਾ ਮਾਮਲਾ ਹੋਵੇ ਜਾਂ ਫਿਰ ਗੋਡਿਆਂ ਦੀ ਦਵਾਈ ਦਾ ਮਾਮਲਾ ਹੋਵੇ। ਪਰ ਅੱਜ ਅਸੀਂ ਸਮਝਾਂਗੇ ਕਿ ਗੋਡਿਆਂ ਦੀਆਂ ਦਿੱਕਤਾਂ ਕਿਉਂ ਆ ਰਹੀਆਂ ਨੇ। ਸਾਡੇ ਨਾਲ ਬੜੇ ਹੀ ਸੀਨੀਅਰ ਅਤੇ ਬੜੇ ਹੀ ਮੁਅੱਜ਼ਜ਼ ਡਾਕਟਰ ਨੇ, ਡਾਕਟਰ ਸੁਨੀਲ ਕੁਮਾਰ। ਉਹਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਗੋਡਿਆਂ ਦੀ ਜਿਹੜੀ ਬਿਮਾਰੀ ਹੈ ਕਿੰਨਾ ਕੁ ਭਿਆਨਕਤਾ ਵਾਲਾ ਦੌਰ ਹੈ ਉਸ ਦੇ ਵਿੱਚੋਂ ਨਿਕਲ ਰਹੀ ਹੈ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ। ਸਤਿ ਸ੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਦਾ, ਦੇਖਣ ਵਾਲਿਆਂ ਦਾ ਮੈਂ ਵੀ ਸਵਾਗਤ ਕਰਦਾ ਔਰ ਧੰਨਵਾਦ ਕਰਦਾ। ਤੁਸੀਂ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਤੁਸੀਂ ਸਾਨੂੰ ਦਿੰਦੇ ਹੋ, ਉਸ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਡਾਕਟਰ ਸਾਹਿਬ, ਪਹਿਲਾ ਸਵਾਲ ਮੇਰਾ ਤੁਹਾਡੇ ਕੋਲੋਂ ਇਹੀ ਹੋਇਆ ਕਿ ਅੱਜ ਕੱਲ੍ਹ ਪੰਜਾਬ ਦੇ ਟੈਲੀਵਿਜ਼ਨਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਈਵਨ ਕਿ ਪੰਜਾਬ ਦੀਆਂ ਖਾਲੀ ਕੰਧਾਂ ਦੇ ਉੱਤੇ ਗੋਡਿਆਂ ਦੀ ਬੜੀ ਐਡਵਰਟਾਈਜ਼ਮੈਂਟ ਚੱਲ ਰਹੀ ਹੈ। ਆਖਿਰ ਗੋਡੇ ਇੰਨੇ ਜ਼ਿਆਦਾ ਖਰਾਬ ਹੋਣ ਦਾ ਕਾਰਨ ਕੀ ਹੈ? ਸਰ ਦੇਖੋ, ਇਹ ਹੈਗਾ ਕਿ ਜਿਹੜੀ ਤੁਸੀਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਹੇ ਹੋ, ਅਨਡਾਊਟਡਲੀ ਇਸ ਟਾਈਮ ਦੇ ਉੱਤੇ ਇਹ ਇੱਕ ਬੜਾ ਭਖਿਆ ਹੋਇਆ ਜਿਹੜਾ ਵਿਸ਼ਾ ਹੈਗਾ। ਮੈਂ ਇੱਕ ਚੀਜ਼ ਹੋਰ ਮਹਿਸੂਸ ਕੀਤੀ ਹੈ ਮੈਡੀਕਲ ਲਾਈਨ ਦੇ ਵਿੱਚ ਕਿ ਨਾ ਆਫਟਰ ਸਰਟਨ ਟਾਈਮ ਲਾ ਕੇ 15 ਜਾਂ 20 ਸਾਲ ਜਾਂ 30 ਸਾਲ ਤੋਂ ਬਾਅਦ ਕੁਛ ਨਾ ਕੁਛ ਐਸੀ ਇੱਕ ਪ੍ਰੋਬਲਮ ਨੂੰ ਲੈ ਕੇ ਉਹਨੂੰ ਹਾਈਲਾਈਟ ਕੀਤਾ ਜਾਂਦਾ, ਉਹਨੂੰ ਫਿਰ ਮਾਰਕੀਟ ਕੀਤਾ ਜਾਂਦਾ ਅਤੇ ਫਿਰ ਉਸ ਤੋਂ ਪੈਸੇ ਅਰਨ ਕੀਤੇ ਜਾਂਦੇ ਨੇ। ਕੁਛ ਦੇਰ ਪਹਿਲਾਂ ਸਟੰਟ ਪੈਂਦੇ ਸੀਗੇ, ਹਰ ਦੂਜੇ ਬੰਦੇ ਦੇ ਸਟੰਟ ਪੈ ਰਿਹਾ ਸੀਗਾ, ਫਿਰ ਉਸ ਚੀਜ਼ ਨੂੰ ਉਜਾਗਰ ਕੀਤਾ ਗਿਆ ਕਿ ਇਹਦੀ ਕਿੰਨੀ ਕੁ ਜ਼ਰੂਰਤ ਹੈਗੀ ਹੈ। ਇਸ ਟਾਈਮ ਦੇ ਉੱਤੇ ਗੋਡਿਆਂ ਦਾ ਬਹੁਤ ਸਾਰਾ ਜਿਹੜਾ ਹੈਗਾ ਪ੍ਰਚਾਰ ਹੋ ਰਿਹਾ। ਬਹੁਤ ਲੋਕ ਇਸ ਦੇ ਮਿਥ ਦੇ ਵਿੱਚ ਫਸੇ ਹੁੰਦੇ ਆ ਕਿ ਗੋਡੇ ਆਪਰੇਸ਼ਨ ਤੋਂ ਬਿਨਾਂ ਗੁਜ਼ਾਰਾ ਹੈ ਹੀ ਨਹੀਂ। ਦੇਖੋ, ਮੈਂ ਇਹ ਨਹੀਂ ਕਹਿ ਰਿਹਾ ਕਿ ਗੋਡਿਆਂ ਦਾ ਆਪਰੇਸ਼ਨ ਕਿਤੇ ਨਾ ਕਿਤੇ ਜਾ ਕੇ ਜ਼ਰੂਰਤ ਨਹੀਂ ਪੈਂਦੀ। ਬਹੁਤ ਸਾਰੇ ਐਸੇ ਮਰੀਜ਼ ਹੈ ਜਿਨ੍ਹਾਂ ਦਾ ਬਿਲਕੁਲ ਹੀ ਲਿਗਾਮੈਂਟ ਡਿਸਟਰੋਏ ਹੋ ਜਾਂਦਾ ਹੈ, ਬਿਲਕੁਲ ਹੀ ਕਲੈਪਸ ਹੋ ਜਾਂਦਾ ਹੈ ਗੋਡਾ, ਤਾਂ ਉਹ ਹੋ ਸਕਦਾ ਹੈ ਕਿ ਗੋਡਿਆਂ ਦੇ ਵਿੱਚ ਆਪਰੇਸ਼ਨ ਦੀ ਜ਼ਰੂਰਤ ਪਵੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ 100 ਦੇ 100 ਮਰੀਜ਼ਾਂ ਨੂੰ ਆਪਰੇਸ਼ਨ ਦੀ ਜ਼ਰੂਰਤ ਪਏਗੀ। ਤੁਸੀਂ ਇਹ ਦਿਮਾਗ ਚੋਂ ਕੱਢ ਦਿਓ ਕਿ ਆਪਰੇਸ਼ਨ ਤੋਂ ਬਿਨਾਂ ਇਲਾਜ ਨਹੀਂ ਹੋ ਸਕਦਾ। ਆਪਰੇਸ਼ਨ ਤੋਂ ਬਿਨਾਂ ਇਲਾਜ ਬਹੁਤ ਸੰਭਵ ਹੈਗਾ, ਪ੍ਰੋਵਾਈਡਡ ਕਿ ਤੁਸੀਂ ਜੋ ਗੱਲਾਂ ਤੁਹਾਨੂੰ ਅਸੀਂ ਅੱਜ ਤੱਕ ਦੱਸਦੇ ਆ ਰਹੇ ਹਾਂ, ਐਕਸਰਸਾਈਜ਼, ਡਾਈਟ ਅਤੇ ਮੈਡੀਸਨ, ਇਹ ਤਿੰਨ ਤੁਹਾਡੇ ਵਾਸਤੇ ਕੀ ਫੀਚਰ ਹੈਗੇ ਆ। ਅਗਰ ਤੁਸੀਂ ਇਹਨੂੰ ਫੋਲੋ ਕਰਦੇ ਹੋ ਤਾਂ ਤੁਸੀਂ ਬਹੁਤ ਆਸਾਨੀ ਨਾਲ ਠੀਕ ਹੋ ਰਹੇ ਹੋ ਔਰ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹੈ। ਸਾਨੂੰ ਐਕਸਰੇ ਦਿਖਾ ਰਹੇ ਆ, 1 ਮਹੀਨੇ ਪਹਿਲਾਂ ਦਾ ਐਕਸਰਾ ਬਿਲਕੁਲ ਕਲੈਪਸ ਹੋਇਆ ਹੋਇਆ, ਦੂਸਰੇ ਮਹੀਨੇ ਜਿਹੜੇ ਗੋਡੇ ਆ ਖੁੱਲ੍ਹਣੇ ਸ਼ੁਰੂ ਹੋ ਗਏ ਆ। ਤਾਂ ਇਹ ਸਾਰੀਆਂ ਚੀਜ਼ਾਂ ਸੰਭਵ ਹੈਗੀਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ।
बस सिर्फ इन्ना ही हैगा कि जो तुहानूं दस्सिया जा रहा है कि किस तरह एक्सरसाइज करनी है, किस तरह डाइट का ध्यान रखना है और किस तरह मैडिसन लैनी है। अगर तुसी इन्हां चीज़ां नूं फॉलो करोगे तो बिल्कुल तुसी ठीक हो जाओगे, ऑपरेशन तो बच जाओगे। तो इसलिए ये चीज़ दिमाग चों मैं बार बार एक गल नूं एम्फेसाइज कर रहा कि दिमाग दे विचों ये मिथ कढ़ दिओ कि ये ऑपरेशन तो बिना गोडे ठीक नहीं होंदे। ਤੇ ਫਿਰ ਡਾਕਟਰ ਸਾਹਿਬ ਕੋਈ ਐਕਸਰਸਾਈਜ਼ ਤੁਸੀਂ ਦੱਸ ਸਕਦੇ ਹੋ ਕਿ ਜਿਸ ਐਕਸਰਸਾਈਜ਼ ਅਸੀਂ ਕਰੀਏ ਤੇ ਐਕਸਰਸਾਈਜ਼ ਤੋਂ ਬਾਅਦ ਸਾਡੇ ਗੋਡਿਆਂ ਦੇ ਦਰਦ ਦੇ ਵਿੱਚ ਰਾਹਤ ਫੀਲ ਕਰੀਏ ਅਸੀਂ? देखो सर, तुसी जिहड़ा मॉडल हैगा गोडे का इनू देख के एक्सरसाइज का भी समझ सकते हो कि जिहड़ा यह मॉडल है अपना जिहड़ा ब्लू पार्ट है ये कार्टिलेज जिहड़ा हैगा यह सुकदा जां यह टीयर हुंदा हैगा, इहदे विच लुब्रीकेशन हुंदी है जिहदे उत्ते अपना गोडा मूव करदा है। अगर यह लुब्रीकेशन खत्म हो जाए तो गोडा आपस जुड़ जाता है और फिर वो मूवमेंट घट जाती है, आपस हड्डियां टकरान लग जांदियां, कड़कड़ की आवाज़ आती है, फिर पेन होंदी है और जो बिच टकरानगियां तो ब्लीडिंग होएगी और ब्लीडिंग होएगी तो क्या होएगा तुहाडा इहदे विचों सोजिश आएगी। ठीक है, तो ये सारी जिहड़ी हैगी है गोडे ठीक करने वास्ते साडे वास्ते रुकावट पैदा करते हैं। तो साडे लई जरूरी की हैगा कि असीं इन्हां गोडियां नूं खोलीए और इन्हां गोडियां नूं खोलण वास्ते एक्सरसाइज ਅਸੀਂ ਸਪੈਸੀਫਿਕ ਐਕਸਰਸਾइज ਦਾ ਚਾਰਟ ਤੁਹਾਨੂੰ ਦਵਾਈ ਦੇ ਨਾਲ ਭੇਜਦੇ ਹਾਂ ਜਿਹਦੇ ਵਿੱਚ ਫੋਟੋਗ੍ਰਾਫਸ ਅਲੱਗ ਤੋਂ ਬਣੀਆਂ ਹੋਈਆਂ ਔਰ ਪੰਜਾਬੀ, ਹਿੰਦੀ ਔਰ ਇੰਗਲਿਸ਼ ਜਿਹੜੀ ਲੈਂਗੁਏਜ ਤੁਸੀਂ ਚਾਰਟ ਚਾਹੁੰਦੇ ਹੋ ਉਸੇ ਲੈਂਗੁਏਜ ਦੇ ਵਿੱਚ ਤੁਹਾਨੂੰ ਉਹ ਚਾਰਟ ਮਿਲ ਜਾਏਗਾ। मैं थोड़ा थोड़ा जिहा एक्सप्लेन कर देना कि एक्सरसाइज किमें होनी हैगी है। एक दो एक्सरसाइज थोड़ा मैं वैसे समझा देना, मैं थोड़ा कैमरा थोड़ा जिहा अगर मैं दिखाऊँगी, देखो समझ लो कि तुसी मैं बैड ते बैठा तो जी मेरी ये बांह हैगी इहनूं जस्ट समझो कि मेरी लैग हैगी है, यह मेरी लैग है। तो इस लैग नूं किमें करना है, पहला एक्सरसाइज ये जिहड़ी तुहाडी अड्डी हैगी है, ठीक है, उहनूं तुसी जमीन 'च दबना है। और एक चीज़ ध्यान रखना है, जदों एक्सरसाइज करनी है ਤੁਹਾਡੇ गोडे सीधे होने चाहिए हैं तो गोडे आपस च जुड़े हुए होने चाहिए हैं। गोडे फैला के एक्सरसाइज करोगे कोई फायदा नहीं होएगा, नुकसान होएगा। तो इसलिए पहले इस ध्यान रखना है। हुण जिवें तुसीं थोड़ा करें मैं जिवें तुसीं ये गोडे इस तरह रखे हुए हैं तो पहली एक्सरसाइज की है, अड्डियां नूं जमीन च दबना है, गोडे सीधे रख के तुहाडे थाई मसल ते पेन होएगी। ठीक है, मैं लैग्स नूं रिप्रजेंट कर रहा, प्लीज़ मैं एक बार फिर दस दियाँ, कई बार बंदा कहता ये तो बाइसेप्स हैगा तुसीं थाई कही जा रहे हैगे, तो लैग्स नूं मन के चल रहे हैं, गोडे जुड़े हुए हैं। दूजी एक्सरसाइज की हैगी है, लत्तां नूं अपने पंजियां नूं बाहर कढ़ना है, पैरां दे पंजियां नूं, और फिर तुसीं अंदर नूं लैके जाना है। अंदर नूं ले जांदे होए दिक्कत आती है तो तुसीं की कर सकते हो, किसी परने की मदद नाल, किसी कपड़े की मदद नाल, जां घरों कोई इंसान तुहाडी मदद कर दे, पैर नूं अंदर नूं दबे। जो पैर अंदर नूं आएगा गोडा सीधा रहेगा, और गोडा सीधा रहेगा फिर अगेन तुहाडे थाई मसल स्ट्रैंथन होणगे, ये सब तो इंपॉर्टेंट हैगा। इस तो इलावा की करोगे, अपना एक कपड़े का इनू जिवें आपां कहना कि रोल जा कर लिया टॉवल नूं, वो तुसीं गोडे दे नीचे रखना है और गोडे दे नीचे रख के गोडे नूं गोडे दे जोर नाल दबना है नीचे नूं, जिवें आपां गोडा मड़काना कहंदे हैं ना, वो करना हैगा। ये तीजी एक्सरसाइज हैगी है। चौथी एक्सरसाइज की करोगे, लेट जो लेटन तो बाद अपनी एक लत्त नूं 45 डिग्री के उपर चक्को और पैर फिर बाहर नूं खिंचो तो अंदर नूं खिंचो, पैर बाहर नूं खिंचो अंदर नूं खिंचो। बहुत सिंपल एक्सरसाइज हैगी। इस तो इलावा 5-6 होर एक्सरसाइजिज हैगियां जो कि तुहानूं डाइट चार्ट के नाल जो एक्सरसाइज चार्ट आएगा उहदे विच ऐदां ही फोटोज़ प्रिंट होणगीਆਂ और उन्हां दी डिस्क्रिप्शन 2-3 लाइनां दे विच लिखी हुई होएगी, तुहाडे वास्ते ईजी होएगा। इस तो इलावा साइकलिंग करो, साइकलिंग करोगे गोडे तुहाडे खुलने शुरू हो जाएंगे। ये प्रूवन हैगा, साढ़े कोले बहुत लोगों के 1 महीने बाद एक्सरा असीं करा के देखते हैं तो बहुत जल्दी फर्क पै जाता हैगा। तो ये पहला स्टैप हैगा जिहदे नाल तुसीं गोडियां दे ऑपरेशन तो बच सकते हो, प्लस गोडियां दा इलाज करा सकते हैगे हो। अगर तुसीं एक्सरसाइज नहीं कर सकते, अगर तुसीं डाइट ध्यान नहीं रख सकते तो फिर साडी दवाई भी ना मंगाओ, तुहाडे पैसे खराब होणगे, क्योंकि तुहानूं 1% भी फायदा नहीं होण लगा कल्ली दवाई का। डाइट एक्सरसाइज ये इंपॉर्टेंट हैगी है, नोट कर लो। मैं बहुत स्पष्ट शब्दों कह रहा, तुहानूं ये ना लगे कि असीं इत्थे तुहानूं किस तरह नाल चीट कर रहे हैगे हैं। अगर तुसीं एक्सरसाइज नहीं करना चाहते, बहुत लोग हैगे हैं जिहड़े कहंदे जी असीं एक्सरसाइज तो नहीं होनी साथों, तो साडी दवाई नाल तुसीं ठीक भी नहीं हो सकते सर, ये गारंटी हैगी है। ठीक है, तो एक्सरसाइज मस्ट हैगी है। इस तो इलावा तुसीं कोई होर तुहाडे कोले दूसरा रस्ता है ही नहीं। राइट। तो फिर डॉक्टर साहब ये तो रही गल एक्सरसाइज नाल जिहड़े गोडे ठीक करन दी, सो बहुत सारे मरीज़ इदां दे भी ने जिन्हां ने बहुत ज़्यादा एक्सरसाइज भी की लेकिन गोडियां 'च फर्क फिर भी नहीं पिया, उन्हां दा की हाल है? सर देखो, एक्सरसाइज की तो गोडियां नूं फर्क नहीं पिया। हुण एक्सरसाइज ने एक रोल की प्ले किया, तुसीं उस चीज़ का रोल समझो।
ਇੱਕ ਚੀਜ਼ ਕੀਤੀ ਕਿ ਮੈਂ ਇਹ ਕੰਮ ਕਰਤਾ ਜੀ, ਉਸ ਕੰਮ ਨੇ ਕਿੰਨਾ ਤੁਹਾਡਾ ਹੈਲਪ ਕਰਨੀ ਸੀਗੀ, ਇਹ ਪੁਆਇੰਟ ਨੂੰ ਸਮਝੋ। ਐਕਸਰਸਾਈਜ਼ ਨੇ ਸਾਡੇ ਇਹ ਗੋਡਿਆਂ ਦਾ ਜੋ ਗੈਪ ਘੱਟ ਹੋਇਆ ਸੀ, ਨੈਰੋ ਹੋਇਆ ਸੀ ਇੱਕ ਸਾਈਡ ਤੋਂ, ਉਸ ਨੂੰ ਖੋਲ ਕੇ ਮੇਨਟੇਨ ਕਰਨਾ ਹੈ, ਰਾਈਟ। ਹੁਣ ਦੂਸਰੀ ਚੀਜ਼ ਕੀ ਹੈ, ਇੱਥੇ ਅੰਦਰ ਕੀ ਘਟਿਆ ਹੈਗਾ, ਲੁਬਰੀਕੇਸ਼ਨ ਘਟੀ ਹੈ। ਸਾਡਾ ਜਿਹੜਾ ਕੁਸ਼ਨ ਸੀਗਾ ਉਹ ਸੁੱਕ ਗਿਆ ਸੀਗਾ, ਉਹ ਐਕਸਰਸਾਈਜ਼ ਨੇ ਥੋੜੀ ਬਣਾਉਣਾ ਹੈ। ਐਕਸਰਸਾਈਜ਼ ਨੇ ਤਾਂ ਸਪੇਸ ਬਣਾਈ ਹੈਗੀ ਹੈ ਜਿਹਦੇ ਵਿੱਚ ਅਸੀਂ ਲੁਬਰੀਕੇਸ਼ਨ ਪੈਦਾ ਕਰਨੀ ਹੈ। ਉਹ ਲੁਬਰੀਕੇਸ਼ਨ ਪੈਦਾ ਕਰਨ ਲਈ ਆਯੁਰਵੈਦਿਕ ਜਿਹੜੀਆਂ ਹਰਬਸ ਹੈਗੀਆਂ ਨੇਗੀਆਂ ਉਹ ਪ੍ਰੂਵਨ ਹੈਗੀਆਂ, ਉਹੀ ਠੀਕ ਤੁਹਾਨੂੰ ਕਰ ਸਕਦੀਆਂ ਹੈਗੀਆਂ। ਇਸ ਤੋਂ ਇਲਾਵਾ ਇੱਕ ਹੋਰ ਪੁਆਇੰਟ ਹੈਗਾ, ਅਗਰ ਅਸੀਂ ਦੇਖੀਏ ਕਿ ਇਹ ਨਿਊਟ੍ਰੀਸ਼ਨ ਜਾਂਦੀ ਕਿੱਥੋਂ ਹੈ, ਇਹ ਨਿਊਟ੍ਰੀਸ਼ਨ ਸਾਡੀ ਡਾਈਟ 'ਚੋਂ ਜਾਂਦੀ ਹੈ, ਠੀਕ ਹੈ। ਹੁਣ ਡਾਈਟ ਅਗਰ ਅਸੀਂ ਲਵਾਂਗੇ ਤਾਂ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਕਿ 100% ਉਹ ਅਬਜ਼ੋਰਬ ਹੋਵੇ, ਮਤਲਬ 100% ਡਾਈਜੈਸਟ ਹੋਵੇ। ਦੈਟ ਮੀਨਸ ਕਿ ਸਾਡਾ ਜਿਹੜਾ ਲਿਵਰ ਹੈ ਉਹ ਫੰਕਸ਼ਨਿੰਗ ਠੀਕ ਕਰੇ, ਪਲੱਸ ਸਾਨੂੰ ਕੌਨਸਟੀਪੇਸ਼ਨ ਨਹੀਂ ਹੋਣੀ ਚਾਹੀਦੀ। ਅਸੀਂ ਦੇਖ ਰਹੇ ਹਾਂ ਸਾਡਾ ਜੋ ਐਕਸਪੀਰੀਅੰਸ ਚੱਲ ਰਿਹਾ ਜਾਂ ਬੁੱਕਸ ਦੇ ਵਿੱਚ ਵੀ ਇਹ ਲਿਖਿਆ ਹੋਇਆ, ਈਵਨ ਆਯੁਰਵੇਦ ਤਾਂ ਕਹਿੰਦਾ ਹੀ ਇਹ ਹੈ, ਆਯੁਰਵੇਦ ਦਾ ਤਾਂ ਕਹਿਣਾ ਹੀ ਇਹ ਹੈ ਕਿ ਤੁਹਾਨੂੰ ਬਿਮਾਰੀਆਂ ਹੋਣ ਦੇ ਬੇਸਿਕ ਦੋ ਹੀ ਰੀਜ਼ਨ ਹੈ, ਇੱਕ ਮੰਦਅਗਨੀ ਔਰ ਦੂਸਰਾ ਕੌਨਸਟੀਪੇਸ਼ਨ। ਅਗਰ ਇਹ ਨਹੀਂ ਹੈ ਤਾਂ ਤੁਹਾਨੂੰ ਬਿਮਾਰੀਆਂ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਹੈਗੇ ਆ। ਤਾਂ ਇਸ ਲਈ ਅਗਰ ਤੁਹਾਡਾ ਲਿਵਰ ਫੰਕਸ਼ਨਿੰਗ ਸਲੋ ਹੈਗਾ ਤਾਂ ਉਸ ਲਈ ਮੈਡੀਸਨ ਜ਼ਰੂਰ ਲਵੋ। ਅਗਰ ਕੌਨਸਟੀਪੇਸ਼ਨ ਤੁਹਾਨੂੰ ਹੈਗੀ ਹੈ ਤਾਂ ਕੌਨਸਟੀਪੇਸ਼ਨ ਨੂੰ ਦੂਰ ਕਰਨ ਦੇ ਲਈ ਜ਼ਰੂਰ ਆਪਣਾ ਦਵਾਈ ਲਓ। ਅਗਰ ਦਵਾਈ ਨਹੀਂ ਲੈਣਾ ਚਾਹੁੰਦੇ ਤਾਂ ਫਾਈਬਰ ਦੀ ਮਾਤਰਾ ਵਧਾ ਦਿਓ, ਕਿਉਂਕਿ ਫਾਈਬਰ ਜ਼ਿਆਦਾ ਖਾਣਾ ਸਾਡੇ ਸਰੀਰ ਵਾਸਤੇ ਬਹੁਤ ਇੰਪੋਰਟੈਂਟ ਹੈਗਾ, ਇਸ ਨੂੰ ਇਗਨੋਰ ਨਾ ਕਰੋ। ਫਾਈਬਰ ਲੈਸ ਕਰਨ ਨਾਲ, ਫਾਈਬਰ ਘਟਾਉਣ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਆਈਆਂ ਨੇ। ਤੁਸੀਂ ਦੇਖੋ ਅਸੀਂ ਆਟੇ ਦੇ ਵਿੱਚੋਂ ਫਾਈਬਰ ਕੱਢਦਾ ਤਾਂ ਸਾਡੇ ਸ਼ੂਗਰ ਲੈਵਲ ਵਧਣਾ ਸ਼ੁਰੂ ਹੋ ਗਿਆ, ਰਾਈਟ। ਤਾਂ ਫਾਈਬਰ ਦੀ ਮਾਤਰਾ ਵਧਾ ਦੋਗੇ ਤਾਂ ਕੌਨਸਟੀਪੇਸ਼ਨ ਤੁਹਾਡੀ ਠੀਕ ਹੋਣੀ ਸ਼ੁਰੂ ਹੋ ਜਾਏਗੀ। ਹੁਣ ਜਦੋਂ ਤੁਸੀਂ ਇਹ ਦੋ ਚੀਜ਼ਾਂ ਕਰ ਲੈਂਦੇ ਹੋ ਅਤੇ ਨਾਲ ਤੁਸੀਂ ਜਿਹੜੀ ਇਹ ਹਰਬਲ ਮੈਡੀਸਨ ਹੈਗੀ ਹੈ ਇਹ ਲੈ ਰਹੇ ਹੋ, ਤਾਂ ਜਿਹੜੀ ਨਿਊਟ੍ਰੀਸ਼ਨ ਅੰਦਰ ਜਾਣੀਆਂ ਸੀ, ਜਿਨ੍ਹਾਂ ਨੇ ਉਸ ਲੁਬਰੀਕੇਸ਼ਨ ਨੂੰ ਬਣਾਉਣਾ ਸੀਗਾ, ਤਾਂ ਗੈਪ ਤਾਂ ਐਕਸਰਸਾਈਜ਼ ਨੇ ਪੂਰਾ ਕਰਤਾ, ਖੋਲ੍ਹਤਾ। ਉਸ ਤੋਂ ਬਾਅਦ ਲੁਬਰੀਕੇਸ਼ਨ ਬਣਾਉਣੀ ਹੈ ਇਸ ਮੈਡੀਸਨ ਨੇ। ਹੁਣ ਇਕੱਲੀ ਐਕਸਰਸਾਈਜ਼ ਨੂੰ ਨਹੀਂ ਨਾ ਆਪਾਂ ਕਹਿ ਸਕਦੇ ਕਿ ਐਕਸਰਸਾਈਜ਼ ਨੇ ਕੰਮ ਕਰਤਾ ਜੀ ਅਤੇ ਉਸ ਤੋਂ ਬਾਅਦ ਲੁਬਰੀਕੇਸ਼ਨ ਤਾਂ ਬਣੀ ਨਹੀਂ ਹੈ। ਸੋ ਇਸ ਕਰਕੇ ਇਹਨਾਂ ਤਿੰਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ ਸਰ। ਇਕੱਲੀ ਐਕਸਰਸਾਈਜ਼ ਵੀ ਕੁਛ ਨਹੀਂ ਕਰੇਗੀ, ਇਕੱਲੀ ਮੈਡੀਸਨ ਵੀ ਕੁਛ ਨਹੀਂ ਕਰੇਗੀ, ਰਾਈਟ। ਤਾਂ ਫਿਰ ਡਾਕਟਰ ਸਾਹਿਬ ਇੱਕ ਹੋਰ ਸਵਾਲ ਇੱਥੇ ਹੀ ਹੈ ਕਿ ਤੁਸੀਂ ਕਿਹਾ ਕਿ ਫਾਈਬਰ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਅਗਰ ਤੁਹਾਨੂੰ ਕਬਜ਼ ਹੈ। ਸੋ ਗੋਡਿਆਂ ਦਾ ਕਬਜ਼ ਨਾਲ ਕੀ ਕੰਬੀਨੇਸ਼ਨ ਹੈ, ਮੈਨੂੰ ਇਹ ਵੀ ਸਮਝਾਓ ਸਰ। ਗੋਡਿਆਂ ਦਾ ਕਬਜ਼ ਨਾਲ ਕੀ ਸੰਬੰਧ ਹੈਗਾ? ਪਹਿਲੀ ਗੱਲ, ਜਿਹੜੀ ਸਾਡੀਆਂ ਆਂਤੜੀਆਂ ਹੈਗੀਆਂ ਨੇ ਉਹ ਵਾਤ ਦਾ ਸਥਾਨ ਮੰਨਿਆ ਜਾਂਦਾ ਹੈ। ਆਯੁਰਵੇਦ ਅਨੁਸਾਰ ਸਾਡੇ ਜਿਹੜੇ ਇਹ ਤਿੰਨ ਦੋਸ਼ ਹੈਗੇ ਆ, ਵਾਤ, ਪਿੱਤ, ਕਫ, ਇਹਨਾਂ ਦਾ ਅਲੱਗ-ਅਲੱਗ ਸਥਾਨ ਹੈ। ਪੇਟ ਦਾ ਨਿਚਲਾ ਹਿੱਸਾ, ਆਂਤੜੀਆਂ ਜਿਹੜੀਆਂ ਹੈਗੀਆਂ ਉਹ ਸਾਡੀ ਵਾਤ ਦਾ ਸਥਾਨ ਹੈ। ਨੇਵਲ ਰੀਜਨ ਤੋਂ ਉੱਪਰ ਅਤੇ ਚੈਸਟ ਰੀਜਨ ਦੇ ਨੀਚੇ ਤੱਕ ਸਾਡਾ ਜਿਹੜਾ ਹੈਗਾ ਪਿੱਤ ਦਾ ਸਥਾਨ ਹੈ, ਅਤੇ ਉੱਪਰ ਕਫ, ਚੈਸਟ ਤੋਂ ਉੱਪਰ ਕਫ ਦਾ ਸਥਾਨ ਮੰਨਿਆ ਜਾਂਦਾ ਹੈ। ਹੁਣ ਤੁਸੀਂ ਦੇਖੋ ਵੀ ਇਸ ਬਿਮਾਰੀ ਦਾ ਆਯੁਰਵੇਦ 'ਚ ਨਾਮ ਕੀ ਹੈ? ਸੰਧੀਗਤ ਵਾਤ, ਇਹ ਬਿਮਾਰੀ ਦਾ ਨਾਮ ਹੈ। ਤਾਂ ਉੱਥੇ ਕੀ ਹੈ? ਵਾਤ ਇਨਵੋਲਵ ਹੈ। ਵਾਤ ਦਾ ਗੁਣ ਹੈਗਾ ਰੁਕਸ਼ਤਾ, ਵਾਤ ਦਾ ਗੁਣ ਹੈ ਖੁਸ਼ਕੀ ਲੈ ਕੇ ਆਉਣਾ। ਅਗਰ ਵਾਤ ਸਰੀਰ 'ਚ ਵਧੇਗੀ ਤਾਂ ਖੁਸ਼ਕੀ ਆਏਗੀ। ਹੁਣ ਉਹ ਖੁਸ਼ਕੀ ਜੁਆਇੰਟਸ ਦੇ ਵਿੱਚ ਆ ਕੇ ਲੁਬਰੀਕੇਸ਼ਨ ਘਟੀ ਹੈਗੀ ਹੈ ਤਾਂ ਇੱਕ ਰੀਜ਼ਨ ਹੈਗਾ। ਹੁਣ ਆਪਾਂ ਉਹਦੀ ਰੂਟ ਦੇਖ ਰਹੇ ਹਾਂ, ਰੂਟ ਕਿੱਥੇ? ਜੇ ਆਪਦੇ ਘਰ ਦੇ ਵਿੱਚ ਹੀ ਪਰੇਸ਼ਾਨ ਹੈਗੀ ਉਹ। ਜਿਹੜਾ ਬੰਦਾ ਆਪਦੇ ਘਰੋਂ ਹੀ ਪਰੇਸ਼ਾਨ ਹੋਏਗਾ ਤਾਂ ਵਟ ਨੈਚੁਰਲ ਹੈ ਕਿ ਬਾਹਰ ਜਾ ਕੇ ਤਾਂ ਡਿਸਟਰਬ ਹੋਏਗਾ ਹੀ ਹੋਏਗਾ। ਅਤੇ ਇਸ ਲਈ ਅਗਰ ਵਾਤ ਸਾਡੀ ਆਂਤੜੀਆਂ ਦੇ ਵਿੱਚ ਪਰੇਸ਼ਾਨ ਹੈਗੀ ਹੈ, ਉੱਥੇ ਕੌਨਸਟੀਪੇਸ਼ਨ ਦੀ ਸਮੱਸਿਆ ਚੱਲ ਰਹੀ ਹੈ, ਤਾਂ ਸਾਨੂੰ ਬਿਮਾਰੀ ਨੂੰ ਹੱਲ ਕਰਨ ਵਾਸਤੇ ਕਾਫੀ ਮੁਸ਼ੱਕਤ ਕਰਨੀ ਪਏਗੀ ਜਾਂ ਬਿਮਾਰੀ ਹੱਲ ਜਲਦੀ ਨਹੀਂ ਹੋਏਗੀ। ਤਾਂ ਕੌਨਸਟੀਪੇਸ਼ਨ ਦਾ ਠੀਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਥੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਰਿਹਾ। ਅਕਸਰ ਅਸੀਂ ਇਹ ਗੱਲ, ਖੈਰ ਮੈਂ ਮੈਡੀਕਲ ਲਾਈਨ ਤੋਂ ਨਹੀਂ ਹੈ ਬਟ ਇੱਕ ਸਮਝਣ ਦੇ ਲਈ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਕਿ ਅਸੀਂ ਹਮੇਸ਼ਾ ਜਦੋਂ ਵੀ ਕੋਈ ਬੰਦਾ ਬਾਥਰੂਮ 'ਚ ਗਿਆ ਹੁੰਦਾ ਤਾਂ ਅਸੀਂ ਪੁੱਛਦੇ ਕਿੱਥੇ ਗਿਆ? ਜੀ ਫਰੈਸ਼ ਹੋਣ ਗਏ ਹੈਗੇ ਆ। ਮਤਲਬ ਜਦੋਂ ਅਸੀਂ ਆਪਣਾ ਸਟੂਲ ਪਾਸ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਫਰੈਸ਼ ਫੀਲ ਕਰਦੇ ਹਾਂ, ਰਾਈਟ। ਤਾਂ ਕੀ ਹੈ ਕਿ ਸਾਡਾ ਅਗਰ ਕੌਨਸਟੀਪੇਸ਼ਨ ਨਹੀਂ ਹੈ ਦੈਨ ਵੀ ਫੀਲ ਫਰੈਸ਼, ਸਾਨੂੰ ਭੁੱਖ ਲੱਗਦੀ ਹੈਗੀ ਹੈ, ਸਾਡਾ ਸਰੀਰ ਐਕਟਿਵ ਹੋ ਜਾਂਦਾ ਹੈਗਾ। ਤਾਂ ਕਿਉਂਕਿ ਉੱਥੇ ਵਾਤ ਜਿਹੜਾ ਹੈਗਾ ਉਹ ਬੈਲੈਂਸ ਰਹਿੰਦਾ ਹੈਗਾ। ਇਸ ਲਈ ਕੌਨਸਟੀਪੇਸ਼ਨ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਜੀ ਜੀ। ਅਤੇ ਫਿਰ ਡਾਕਟਰ ਸਾਹਿਬ ਜਿਹੜਾ ਤੁਹਾਡੇ ਕੋਲ ਫਾਰਮੂਲਾ ਬਣਾਇਆ ਹੈ ਤੁਸੀਂ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੋਡਿਆਂ ਵਾਸਤੇ ਚਮਤਕਾਰ ਤੱਕ ਦਾ ਅਸੀਂ ਕੰਮ ਕਰਦਾ ਜਦੋਂ ਤੱਕ ਅਸੀਂ ਐਕਸਰਸਾਈਜ਼ ਨਾਲ ਉਸ ਫਾਰਮੂਲੇ ਨੂੰ ਅਡਾਪਟ ਕਰਦੇ ਹਾਂ, ਇਸ ਤਰ੍ਹਾਂ ਦਾ ਕੀ ਹੈ ਜੀ ਉਸ ਦੇ ਵਿੱਚ? ਸਰ ਚਮਤਕਾਰ ਦਵਾਈ ਦੇ ਵਿੱਚ ਨਹੀਂ ਹੈ। ਦੇਖੋ ਚਮਤਕਾਰ ਇਸ ਕੰਬੀਨੇਸ਼ਨ 'ਚ ਹੈ। ਚਮਤਕਾਰ ਦਵਾਈ ਇਕੱਲੀ, ਜੇ ਚਮਤਕਾਰ ਹੁੰਦਾ ਫਿਰ ਤਾਂ ਅਸੀਂ ਦਵਾਈ ਭੇਜ ਦਿੰਦੇ। ਫਿਰ ਤੁਹਾਨੂੰ ਮੈਂ ਕਿਉਂ ਕਹਿੰਦਾ ਕਿ ਜੀ ਐਕਸਰਸਾਈਜ਼ ਤੋਂ ਬਿਨਾਂ ਅਗਰ ਤੁਸੀਂ ਇਕੱਲੀ ਦਵਾਈ ਖਾ ਕੇ ਠੀਕ ਹੋਣਾ ਚਾਹੁੰਦੇ ਹੋ ਤਾਂ ਸਾਨੂੰ ਫੋਨ ਨਾ ਕਰਿਓ, ਅਸੀਂ ਤੁਹਾਡਾ ਹੱਲ ਨਹੀਂ ਕਰ ਸਕਦੇ। ਚਮਤਕਾਰ ਦਵਾਈ 'ਚ ਇਕੱਲੀ 'ਚ ਨਹੀਂ ਹੈ, ਚਮਤਕਾਰ ਇਸ ਪੂਰੇ ਕੰਬੀਨੇਸ਼ਨ 'ਚ ਹੈ। ਤੁਸੀਂ ਐਕਸਰਸਾਈਜ਼ ਕੀਤੀ, ਐਕਸਰਸਾਈਜ਼ ਕਰਕੇ ਉਸ ਜੁਆਇੰਟ ਨੂੰ ਖੋਲ੍ਹਤਾ, ਉਸ ਤੋਂ ਬਾਅਦ ਇਹ ਜਿਹੜੀ ਡਾਈਟ ਹੈਗੀ ਹੈ, ਜੋ ਅਸੀਂ ਡਾਈਟ ਚਾਰਟ ਤੁਹਾਨੂੰ ਨਾਲ ਭੇਜਦੇ ਹਾਂ, ਉਹਦੇ ਨਾਲ ਕੀ ਹੈ? ਵਾਤ ਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ, ਪੇਨਸ ਘਟਣੀਆਂ ਸ਼ੁਰੂ ਹੋ ਜਾਂਦੀਆਂ। ਤੀਸਰੇ ਨੰਬਰ 'ਤੇ ਮੈਡੀਸਨ। ਹੁਣ ਜੋ ਮੈਡੀਸਨ ਹੈ ਉਹਦੇ ਵਿੱਚ 4 ਚੀਜ਼ਾਂ ਹੈਗੀਆਂ
ਦੋ ਤਰ੍ਹਾਂ ਦੇ ਕੈਪਸੂਲ ਹੈਗੇ ਆ, ਕਿਉਂਕਿ ਹਰਬਸ ਇੰਨੀਆਂ ਜ਼ਿਆਦਾ ਸੀਗੀਆਂ ਕਿ ਅਸੀਂ ਇੱਕ ਕੈਪਸੂਲ 'ਚ ਉਹਨਾਂ ਨੂੰ ਕੁਆਂਟੀਟੀ ਵਾਈਜ਼ ਪਾ ਨਹੀਂ ਸਕਦੇ ਸੀਗੇ। ਤਾਂ ਦੋ ਤਰ੍ਹਾਂ ਦੇ ਕੈਪਸੂਲ ਹੈਗੇ ਆ ਜੋ ਇੰਟਰਨਲੀ ਸਾਡੇ ਅੰਦਰ ਜਾ ਕੇ ਲੁਬਰੀਕੇਸ਼ਨ ਪੈਦਾ ਕਰਦੇ ਆ। ਦੋ ਤਰ੍ਹਾਂ ਦੇ ਆਇਲ ਹੈ, ਇੱਕ ਆਇਲ ਸੁਪਰਫਿਸ਼ਲੀ ਅਸੀਂ ਜੁਆਇੰਟ ਤੇ ਲਗਾਉਂਦੇ ਹਾਂ, ਗੋਡੇ ਤੇ ਲਗਾਉਂਦੇ ਹਾਂ, ਔਰ ਦੂਸਰਾ ਸਭ ਤੋਂ ਇੰਪੋਰਟੈਂਟ ਹੈਗਾ ਜੋ ਸਾਡੀ ਇਸ ਪੂਰੀ ਕਿੱਟ ਦਾ ਜਿਹੜੀ ਇੰਪੋਰਟੈਂਸ ਰੱਖਦਾ ਹੈ, ਉਹ ਹੈ ਸਾਡਾ ਅੰਬਲਾਈਕਲ ਆਇਲ। ਇਹ ਇੱਕ ਸਪੈਸ਼ਲ ਪ੍ਰੋਸੈਸ ਦੇ ਵਿੱਚ ਦੀ ਗੁਜ਼ਾਰ ਕੇ ਬਣਾਇਆ ਜਾਂਦਾ ਹੈ। ਇੱਕ ਸਿੰਪਲ ਜਿਹੇ ਆਇਲ ਨੂੰ ਬਹੁਤ ਜ਼ਿਆਦਾ ਜੋ ਸਾਡੀ ਧੁੰਨੀ ਹੈ, ਨੇਵਲ ਰੀਜਨ ਹੈਗਾ, ਇਹਦੇ ਵਿੱਚ ਦੀ ਸਾਡੀਆਂ 72,000 ਨਾੜੀਆਂ ਕ੍ਰਾਸ ਕਰਦੀਆਂ। ਮੂਲ ਹੈ, ਜੜ ਹੈ ਇਹ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਦੇ ਪੇਟ ਦੇ ਵਿੱਚ ਜੋ ਬੱਚੇ ਨੂੰ ਖਾਣਾ ਜਾ ਰਿਹਾ ਹੁੰਦਾ ਉਹ ਇਸ ਦੇ ਥਰੂ ਹੀ ਜਾ ਰਿਹਾ ਹੁੰਦਾ ਹੈਗਾ, ਰਾਈਟ। ਤਾਂ ਅਗਰ ਇਹ ਜਗ੍ਹਾ ਲੁਬਰੀਕੇਟਿਡ ਰਹਿੰਦੀ ਹੈਗੀ ਹੈ, ਅਗਰ ਇਸ ਜਗ੍ਹਾ ਤੇ ਮੈਡੀਕੇਟਿਡ ਆਇਲ ਦੇ ਨਾਲ ਲੁਬਰੀਕੇਸ਼ਨ ਕੀਤੀ ਜਾਂਦੀ ਹੈ ਤਾਂ ਇੰਟਰਨਲੀ ਬਹੁਤ ਜਲਦੀ ਸਾਡੇ ਅੰਦਰ ਜਿਹੜੀ ਲੁਬਰੀਕੇਸ਼ਨ ਹੈ ਉਹ ਪੈਦਾ ਹੁੰਦੀ ਹੈ। ਅਸੀਂ ਐਕਸਰਸਾਈਜ਼ ਨਾਲ ਆਪਣੇ ਜੁਆਇੰਟ ਨੂੰ ਖੋਲ ਕੇ ਉਸ ਦੀ ਜਗ੍ਹਾ ਦੀ ਲੁਬਰੀਕੇਸ਼ਨ ਨੂੰ ਰੁਕਣ ਦੀ ਜਗ੍ਹਾ ਬਣਾ ਦਿੰਦੇ ਹੈਗੇ ਆ, ਅਤੇ ਡਾਈਟ ਦੇ ਨਾਲ ਅਸੀਂ ਆਪਣੇ ਵਾਤ ਨੂੰ ਬੈਲੈਂਸ ਕਰਦੇ ਜਾਂਦੇ ਹਾਂ। ਤਾਂ ਚਮਤਕਾਰ ਅਗਰ ਹੋਏਗਾ ਤਾਂ ਉਹ ਇਸ ਕੰਬੀਨੇਸ਼ਨ ਨਾਲ ਹੋਏਗਾ। ਅਗਰ ਤੁਸੀਂ ਕਹਿ ਰਹੇ ਹੋ ਕਿ ਚਮਤਕਾਰ ਸਾਡੀ ਦਵਾਈ ਨਾਲ ਹੋ ਜਾਏਗਾ, ਸੌਰੀ, ਇੱਦਾਂ ਦਾ ਕੋਈ ਵੀ ਸਾਡੇ ਕੋਲੋਂ ਤੁਸੀਂ ਮਤਲਬ ਸ਼ਬਦ ਮਹਿਸੂਸ ਨਾ ਕਰੋ ਕਿ ਅਸੀਂ ਬੋਲ ਕੇ ਤੁਹਾਨੂੰ ਦੱਸਾਂਗੇ। ਸਾਡਾ ਸਿਰਫ ਤੁਸੀਂ ਦਵਾਈ ਨੂੰ, ਡਾਈਟ ਨੂੰ, ਐਕਸਰਸਾਈਜ਼ ਨੂੰ, ਤਿੰਨ ਚੀਜ਼ਾਂ ਨੂੰ ਇਕੱਠੇ ਰਿਲੀਜੀਅਸਲੀ ਫੋਲੋ ਕਰੋਗੇ, ਦੈਨ ਵਾਕਈ ਚਮਤਕਾਰ ਹੋ ਜਾਂਦੇ ਆ, ਔਰ ਬਹੁਤ ਬਾਰ ਹੋਏ ਹੈ, ਬਹੁਤ ਲੋਕੀ ਠੀਕ ਹੋ ਰਹੇ ਹੈਗੇ। ਜੀ ਜੀ। ਤੇ ਫਿਰ ਡਾਕਟਰ ਸਾਹਿਬ ਇੱਕ ਆਖਰੀ ਸਵਾਲ, ਤੁਸੀਂ ਲਗਭਗ ਸਭ ਕੁਝ ਬਹੁਤ ਚੰਗੇ ਤਰੀਕੇ ਨਾਲ ਐਕਸਪਲੇਨ ਕਰਤਾ। ਗੋਡਿਆਂ ਦਾ ਦਰਦ ਸਾਨੂੰ ਹੋਵੇ ਨਾ, ਅਸੀਂ ਗੋਡਿਆਂ ਦੇ ਪੀੜਤ ਹੀ ਨਾ ਹੋਈਏ, ਤੇ ਸਾਨੂੰ ਫਿਰ ਜ਼ਿੰਦਗੀ ਦੇ ਵਿੱਚ ਕਿਹੜੇ ਪਰਹੇਜ਼ ਕਰਨੇ ਚਾਹੀਦੇ ਨੇ? ਸਰ, ਗੋਡਿਆਂ ਦਾ ਦਰਦ ਹੋਵੇ ਨਾ, ਇਹਦੇ ਲਈ ਕੀ ਪਰਹੇਜ਼ ਕਰਨੇ ਚਾਹੀਦੇ ਹੈਗੇ ਆ? ਦੇਖੋ, ਤੁਹਾਡੇ ਤਿੰਨੋਂ ਦੋਸ਼ ਬੈਲੈਂਸ ਰਹਿਣੇ ਹੁੰਦੇ ਆ, ਜੋ ਕਿ ਇੰਬੈਲੈਂਸ ਹੁੰਦੇ ਰਹਿੰਦੇ ਆ ਸਾਡੇ ਖਾਣ ਪੀਣ ਨਾਲ, ਆਹਾਰ ਵਿਹਾਰ ਨਾਲ। ਇਹ ਦੋਸ਼ਜ ਵਿਆਧੀ ਹੈਗੀ ਹੈ। ਦੋਸ਼ਜ ਵਿਆਧੀ ਮਤਲਬ ਇਹ ਸਾਡੇ ਦੋਸ਼ ਦੇ ਇੰਬੈਲੈਂਸ ਨਾਲ ਹੋਈ ਹੈ, ਜੋ ਕਿ ਸਾਡੇ ਆਹਾਰ ਵਿਹਾਰ ਦੇ ਕਰਕੇ ਹੋਈ ਹੈ। ਆਹਾਰ ਕੀ ਹੈ? ਜੋ ਅਸੀਂ ਖਾ ਰਹੇ ਹਾਂ। ਵਿਹਾਰ ਕਿਸ ਤਰ੍ਹਾਂ ਅਸੀਂ ਚੱਲ ਰਹੇ ਹਾਂ, ਕਿਸ ਤਰ੍ਹਾਂ ਅਸੀਂ ਬੈਠ ਰਹੇ ਹਾਂ। ਇੱਕ ਚੀਜ਼ ਹੋਰ ਨੋਟਿਸ ਕਰੋ, ਅੱਜ ਅਸੀਂ ਗੋਡਿਆਂ ਦੀ ਯੂਜ਼ ਨੂੰ ਘਟਾ ਦਿੱਤਾ ਹੈ। ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਗੋਡਿਆਂ ਦੀ ਯੂਜ਼ ਨੂੰ ਘਟਾ ਦਿੱਤਾ। ਕਿਸ ਤਰ੍ਹਾਂ? ਅਸੀਂ ਪੈਰਾਂ ਦੇ ਭਾਰ ਬੈਠਣਾ ਹੀ ਬੰਦ ਕਰਤਾ, ਅਸੀਂ ਇੰਡੀਅਨ ਸਟਾਈਲ ਦੀ ਫਲਸ਼ ਨੂੰ ਯੂਜ਼ ਕਰਨਾ ਬੰਦ ਕਰਤਾ। ਤਾਂ ਜੋ ਨੈਚੁਰਲ ਮੂਵਮੈਂਟ ਗੋਡਿਆਂ ਦੀ ਹੁੰਦੀ ਸੀਗੀ ਡੇਲੀ ਬੇਸਿਸ 'ਤੇ, ਉਹ ਅਸੀਂ ਬੰਦ ਕਰ ਦਿੱਤੀ ਹੈਗੀ ਹੈ। ਅਤੇ ਇਹਨੂੰ ਵਧਾਓ, ਪਹਿਲੀ ਚੀਜ਼ ਤਾਂ, ਅਗਰ ਤੁਸੀਂ ਗੋਡਿਆਂ ਤੋਂ ਬਚਾਓ ਰੱਖਣਾ ਹੈਗਾ। ਦੂਸਰਾ, ਆਪਣੀ ਡਾਈਟ ਦੇ ਵਿੱਚ ਫਾਈਬਰ ਜ਼ਰੂਰ ਐਡ ਕਰੋ। ਫਾਈਬਰ ਤੁਹਾਡੀ ਡਾਈਟ ਦੇ ਵਿੱਚ ਐਡ ਹੋਣ ਨਾਲ ਕੌਨਸਟੀਪੇਸ਼ਨ ਨਹੀਂ ਹੁੰਦੀ, ਪਲੱਸ ਸਾਡੀਆਂ ਨਿਊਟ੍ਰੀਸ਼ਨਸ ਪ੍ਰੋਪਰ ਮਾਤਰਾ 'ਚ ਬੋਡੀ 'ਚ ਅਬਜ਼ੋਰਬ ਹੁੰਦੀਆਂ, ਔਰ ਸਾਡੇ ਜਿਹੜੇ ਜੁਆਇੰਟਸ ਹੈ ਉਹਨਾਂ ਦੇ ਵਿੱਚ ਇਹ ਲੁਬਰੀਕੇਸ਼ਨ ਪਹੁੰਚਦੀ ਰਹਿੰਦੀ ਹੈਗੀ ਹੈ। ਠੀਕ ਹੈ। ਤੇ ਇਹ ਚੀਜ਼ਾਂ, ਹਾਂ, ਇੱਕ ਹੋਰ ਅਹਿਮ ਗੱਲ ਹੈਗੀ ਹੈ, ਬਹੁਤ ਵਾਰੀ ਅਸੀਂ ਕੀ ਕਰਦੇ ਹੈਗੇ ਆ, ਸਾਨੂੰ ਥੋੜ੍ਹਾ ਜਿਹਾ ਪੇਨ ਹੋ ਰਿਹਾ ਹੁੰਦਾ, ਥੋੜ੍ਹੀ ਜਿਹੀ ਜੁਆਇੰਟਸ ਕਦੇ ਆਵਾਜ਼ ਆਉਂਦੀ ਹੈ, ਅਸੀਂ ਇਗਨੋਰ ਕਰ ਦਿੰਦੇ ਹਾਂ, ਕੋਈ ਖਾਸ ਗੱਲ ਨਹੀਂ ਹੈ। ਸਰ, ਉਸ ਨੂੰ ਉਸੇ ਟਾਈਮ 'ਤੇ ਪਕੜ ਲਓ। ਅਗਰ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰੋਗੇ ਤਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਓਗੇ। ਔਰ ਇੱਕ ਚੀਜ਼, ਅੱਜ ਦੀ ਘੜੀ ਜਿਹੜੀ ਇਹ ਬਿਮਾਰੀ ਸੀਗੀ, ਜਦੋਂ ਅਸੀਂ ਬੁੱਕਸ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਜਾਂਦਾ ਕਿ ਡੀਜਨਰੇਸ਼ਨ ਚੇਂਜਿਸ ਜਿਹੜੀਆਂ ਆਫਟਰ 65 ਦੀ ਏਜ ਤੋਂ ਬਾਅਦ ਆਉਂਦੀਆਂ ਹੈਗੀਆਂ। ਲੇਕਿਨ ਅੱਜ ਮੈਂ 20 ਸਾਲ ਦੇ ਪੇਸ਼ੈਂਟ ਵੀ ਦੇਖੇ ਹੈਗੇ ਆ, 20 ਸਾਲ ਦੇ ਪੇਸ਼ੈਂਟ ਵੀ ਮੈਂ ਦੇਖੇ ਆ। ਤਾਂ ਇਸ ਲਈ ਮੈਂ ਤੁਹਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਹਿਲਾਂ ਹੀ ਸਮਝਾ ਰਿਹਾ ਕਿ ਅਗਰ ਤੁਹਾਨੂੰ ਥੋੜ੍ਹੀ ਬਹੁਤ ਵੀ ਗੋਡਿਆਂ 'ਚ ਪੇਨ ਜਾਂ ਆਵਾਜ਼ ਆਉਂਦੀ ਹੈ ਤਾਂ ਉਸ ਚੀਜ਼ ਨੂੰ ਇਗਨੋਰ ਨਾ ਕਰੋ, ਇਮੀਡੀਏਟਲੀ ਟਰੀਟਮੈਂਟ ਲਓ। ਹੋ ਸਕਦਾ ਤੁਸੀਂ ਮਹੀਨੇ 'ਚ ਹੀ ਠੀਕ ਹੋ ਜਾਓ, ਹੋ ਸਕਦਾ 2 ਮਹੀਨੇ 'ਚ ਠੀਕ ਹੋ ਜਾਓ, ਕਿਉਂਕਿ ਪੇਸ਼ੈਂਟ ਅਗਰ ਇਹ ਤਿੰਨੇ ਚੀਜ਼ਾਂ ਨੂੰ ਮੰਨੇਗਾ ਤਾਂ ਬਹੁਤ ਜਲਦੀ ਰਿਕਵਰ ਹੋ ਜਾਏਗਾ। ਜੀ ਜੀ। ਤੇ ਫਿਰ ਇੱਕ ਆਖਰੀ ਸਵਾਲ ਜਾਂਦੇ ਜਾਂਦੇ ਮੈਨੂੰ ਲੱਗਦਾ ਹੈ ਜੀ ਡਾਕਟਰ ਸਾਹਿਬ, ਜੇਕਰ ਉਹ ਗੱਲਬਾਤ ਦਾ ਹਿੱਸਾ ਨਾ ਬਣਿਆ ਤਾਂ ਇਹ ਗੱਲਬਾਤ ਅਧੂਰੀ ਰਹਿਣ ਵਾਲੀ ਹੈ। ਹੁਣ ਤੱਕ ਜਿੰਨੇ ਵੀ ਲੋਕਾਂ ਨੇ ਗੋਡਿਆਂ ਦੀ ਦਵਾਈ ਖਾਧੀ ਹੈ, ਗੋਡਿਆਂ ਦੀ ਦਵਾਈ ਜਦੋਂ ਤੱਕ ਉਹ ਖਾਂਦੇ ਰਹਿੰਦੇ ਨੇ ਉਦੋਂ ਤੱਕ ਤਾਂ ਉਹਨਾਂ ਦਾ ਦਰਦ ਠੀਕ ਰਹਿੰਦਾ ਹੈ, ਅਤੇ ਜਦੋਂ ਦਵਾਈ ਛੱਡ ਦਿੰਦੇ ਨੇ ਅਤੇ ਦੂਜੇ ਤੀਜੇ ਦਿਨ ਫਿਰ ਗੋਡੇ ਦਰਦ ਕਰਨ ਲੱਗ ਜਾਂਦੇ ਨੇ। ਇਹ ਕੀ ਕਾਰਨ ਹੋਇਆ ਜੀ? ਸਰ, ਹੁਣ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਨੇ ਅੱਜ ਤੱਕ ਦਵਾਈ ਖਾਧੀ ਹੈ, ਲੇਕਿਨ ਤੁਸੀਂ ਇਹ ਨਹੀਂ ਦੱਸਿਆ ਕਿ ਕਿਹੜੀ ਦਵਾਈ ਖਾਧੀ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਪੇਨ ਹਟ ਜਾਂਦਾ, ਦੈਟ ਮੀਨਸ ਕਿ ਉਹ ਪੇਨ ਕਿਲਰ ਖਾ ਰਹੇ ਸੀਗੇ। ਔਰ ਪੇਨ ਕਿਲਰ ਤਾਂ ਓਬਵੀਅਸ ਹੈ ਕਿ ਪੇਨ ਕਿਲਰ ਕੀ ਹੈ ਕਿ ਤੁਹਾਡੇ ਵਾਸਤੇ 8 ਘੰਟੇ ਠੀਕ ਕਰ ਲੇਗਾ, 12 ਘੰਟੇ ਠੀਕ ਕਰ ਲਿਆ। ਅਗਰ ਉਹ ਸਸਟੇਨਡ ਰਿਲੀਜ਼ ਹੈ, ਕੁਛ ਪੇਨ ਕਿਲਰ ਇੱਦਾਂ ਦੇ ਹੁੰਦੇ ਜਿਹਨੂੰ ਅਸੀਂ ਕਹਿੰਦੇ SR ਲਿਖਿਆ ਹੁੰਦਾ ਪਿੱਛੇ, ਸਸਟੇਨਡ ਰਿਲੀਜ਼, ਮਤਲਬ ਉਹ ਬਹੁਤ ਹੌਲੀ ਹੌਲੀ ਬਲੱਡ 'ਚ ਘੁਲਦੇ ਰਹਿੰਦੇ ਆ। ਤਾਂ ਉਹਨਾਂ ਦਾ ਜੋ ਤਾਕਤ ਹੈਗੀ ਉਹ 8 ਦੀ ਜਗ੍ਹਾ 'ਤੇ 12 ਘੰਟੇ ਜਾਂ 24 ਘੰਟੇ ਵੀ ਤੁਹਾਡੇ ਸਰੀਰ ਦੇ ਉੱਤੇ ਉਹਨਾਂ ਦਾ ਐਕਸ਼ਨ ਰਹਿੰਦਾ। ਲੇਕਿਨ ਪੇਨ ਕਿਲਰ ਜਦ ਤੱਕ ਖਾਓਗੇ ਉਸ ਟਾਈਮ ਤੱਕ ਤੁਹਾਡਾ ਦਰਦ ਹਟੇਗਾ, ਨਾਲ ਕਿਡਨੀਆਂ ਖਰਾਬ ਹੋ ਜਾਣਗੀਆਂ ਅਗਰ ਲੰਬਾ ਟਾਈਮ ਖਾਓਗੇ। ਠੀਕ ਹੈ। ਤਾਂ ਬੋਡੀ 'ਤੇ ਉਲਟਾ ਪ੍ਰਭਾਵ ਵੀ ਪਏਗਾ। ਤਾਂ ਅਸੀਂ ਕੀ ਕਹਿ ਰਹੇ ਹੈਗੇ ਆ ਕਿ ਤੁਹਾਨੂੰ ਗੋਡੇ ਠੀਕ ਕਰਦੇ ਕਰਦੇ ਅਸੀਂ ਜਿਹੜਾ ਆਪਣੀਆਂ ਕਿਡਨੀਆਂ, ਆਪਣੇ ਗੁਰਦੇ,
ਖਰਾਬ ਕਰ ਲੈਂਦੇ ਆ, ਬੀਪੀ ਵਧਾ ਲੈਂਦੇ ਆ, ਸਿਰ ਦਰਦ ਦੀ, ਮਾਈਗ੍ਰੇਨ ਦੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੋੜ ਲੈਣੇ, ਤੁਹਾਡਾ ਕਹਿਣ ਦਾ ਭਾਵ ਇਹ ਹੈ? ਸਰ ਮੇਰੇ ਕਹਿਣ ਦਾ ਭਾਵ ਸਪਸ਼ਟ ਇਹ ਹੈਗਾ ਕਿ ਅਗਰ ਤੁਸੀਂ ਕਿਸੇ ਚੀਜ਼ ਦੀ ਅਤੀ ਕਰੋਗੇ, ਦੇਖੋ ਸੰਸਕ੍ਰਿਤ ਦੇ ਵਿੱਚ ਇੱਕ ਸ਼ਲੋਕ ਆਉਂਦਾ ਹੈਗਾ ਜਿਹਨੂੰ ਕਹਿੰਦੇ ਅਤੀ ਸਰਵਤਰ ਵਰਜੇਤ, ਔਰ ਇੰਗਲਿਸ਼ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਅਗਰ ਤੁਸੀਂ ਡੇਲੀ ਬੇਸਿਸ ਤੇ ਪੇਨ ਕਿਲਰ ਇੱਕ ਦੋ ਦੋ ਤਿੰਨ ਤਿੰਨ, ਬਹੁਤ ਸਾਰੇ ਪੇਸ਼ੈਂਟ ਇੱਦਾਂ ਹੈਗੇ ਪੇਨ ਚੱਲਦੇ ਹੀ ਨਹੀਂ ਹੈਗੇ, ਔਰ ਦੇਖੋ ਜੀ ਕੁਝ ਨਹੀਂ ਹੋਇਆ ਜੀ, ਗੋਲੀ ਖਾ ਲਈ ਜੀ। ਈਵਨ ਮਤਲਬ ਮੈਨੂੰ ਕਈ ਵਾਰੀ ਗੁੱਸਾ ਵੀ ਆਉਂਦਾ ਹੈ, ਕਈ ਵਾਰੀ ਹੁਣ ਤਾਂ ਚਲੋ ਕਾਰਾਂ 'ਚ ਘੁੰਮਦੇ ਆ, ਕਿਸੇ ਟਾਈਮ ਬੱਸਾਂ ਦੇ ਵਿੱਚ ਵੀ ਜਾਂਦੇ ਹੁੰਦੇ ਸੀਗੇ, ਅਤੇ ਉਸ ਟਾਈਮ ਦੇ ਉੱਤੇ ਅਜੀਬ ਲੱਗਦਾ ਸੀ ਜਦੋਂ ਇੱਕ ਬੱਸ ਦੇ ਵਿੱਚ ਆ ਕੇ ਬੰਦਾ ਕਹਿੰਦਾ ਸੀ ਗੋਡਾ ਦੁਖਦਾ, ਮੋਢਾ ਦੁਖਦਾ, ਸਿਰ ਦੁਖਦਾ, ਆਹ ਹਰੇ ਪੱਤੇ ਵਾਲੀ 5 ਰੁਪਏ ਦੀ ਗੋਲੀ। ਬੜੀ ਹੈਰਾਨੀ ਹੁੰਦੀ ਸੀ ਯਾਰ ਵੀ ਡਾਕਟਰ ਇੱਦਾਂ ਗੋਲੀਆਂ ਵਿਕ ਰਹੀਆਂ ਨੇ ਡਾਇਕਲੋਵਿਨ ਦੀਆਂ, ਅਤੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਉਹੀ ਹਰੇ ਪੱਤੇ ਵਾਲੀ ਗੋਲੀ ਬੱਸ ਦੇ ਵਿੱਚੋਂ ਫੜ ਕੇ ਲੈ ਜਾਂਦੇ ਸੀਗੇ। ਅਤੇ ਉਹ ਫਿਰ ਪੇਸ਼ੈਂਟ ਬਾਅਦ 'ਚ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਕਿ ਮੇਰੇ ਗੁਰਦੇ ਖਰਾਬ ਕਿਉਂ ਹੋਏ ਆ, ਜਾਂ ਮੇਰਾ ਬੀਪੀ ਵਧਿਆ ਕਿਉਂ ਹੈਗਾ, ਜਾਂ ਮੈਨੂੰ ਇਹ ਸਾਈਡ ਇਫੈਕਟਸ ਕਿੱਥੋਂ ਮਿਲੇ ਹੈਗੇ ਆ। ਉਹ ਬਲੇਮ ਨਹੀਂ ਕਰਦੇ ਇਸ ਚੀਜ਼ ਨੂੰ, ਉਹ ਠੀਕ ਆ ਭਾਈ ਜ਼ਿੰਦਗੀ ਜੋ ਹੋਣਾ ਸੀ, ਉਹ ਜੋ ਮੇਰੀ ਕਿਸਮਤ 'ਚ ਲਿਖਿਆ ਸੀ। ਸਰ ਇੱਦਾਂ ਨਹੀਂ ਹੈ, ਤੁਸੀਂ ਇਸ ਚੀਜ਼ ਨੂੰ ਸਮਝੋ। ਦਵਾਈ ਲੈਣ ਤੋਂ ਪਹਿਲਾਂ ਤੁਸੀਂ ਅਗਰ ਕਿਸੇ ਡਾਕਟਰ ਦੀ ਸਲਾਹ ਨਹੀਂ ਲੈਂਦੇ ਔਰ ਤੁਸੀਂ ਇੱਕ ਦਵਾਈ ਨੂੰ ਲਗਾਤਾਰ ਖਾਈ ਜਾ ਰਹੇ ਹੋ ਵਿਦਾਊਟ ਐਨੀ ਇੰਸਟਰਕਸ਼ਨ ਜਾਂ ਡਾਕਟਰ ਦੀ ਸਲਾਹ ਤੋਂ ਬਿਨਾਂ, ਤਾਂ ਪ੍ਰੋਬਲਮਸ ਆਉਣਗੀਆਂ। ਔਰ ਖਾਸ ਕਰ ਅਗਰ ਤੁਸੀਂ ਪੇਨ ਕਿਲਰਸ ਖਾ ਰਹੇ ਹੋ ਤਾਂ ਪੇਨ ਕਿਲਰ ਤੁਹਾਨੂੰ ਨਹੀਂ ਛੱਡਣ ਵਾਲੇ ਸਰ। ਪੇਨ ਕਿਲਰ ਹੁੰਦਾ ਹੈ ਕਿ ਕਿਸੇ ਟਾਈਮ ਬਹੁਤ ਪੇਨ ਹੋ ਰਿਹਾ ਹੈ ਤਾਂ ਮੈंने ਇੱਕ ਗੋਲੀ ਖਾ ਲਈ ਹਫਤੇ ਦੇ ਵਿੱਚ, ਜਾਂ 2 ਗੋਲੀਆਂ ਖਾ ਲਈਆਂ। ਅਗਰ ਤੁਸੀਂ ਡੇਲੀ ਖਾ ਰਹੇ ਹੈਗੇ ਹੋ ਔਰ ਇੱਕ ਦੀ ਜਗ੍ਹਾ 2-2 3-3 ਖਾ ਰਹੇ ਹੋ ਔਰ ਬੱਸਾਂ ਦੇ ਵਿੱਚੋਂ ਖਰੀਦ ਕੇ ਵੀ ਖਾਈ ਜਾ ਰਹੇ ਹੈਗੇ ਹੋ, ਤਾਂ ਫਿਰ ਤੁਹਾਡਾ ਇਲਾਜ ਕਿਵੇਂ ਹੋ ਸਕਦਾ? ਤੁਸੀਂ ਆਪ ਸੋਚ ਕੇ ਦੇਖੋ, ਇਸ ਚੀਜ਼ ਨੂੰ ਜਰਾ ਸਮਝੋ, ਖੁਦ ਸਮਝੋ ਕਿ ਕੀ ਇਹ ਚੀਜ਼ ਸੰਭਵ ਹੈ ਕਿ ਇੱਕ 8ਵੀਂ ਪਾਸ 10ਵੀਂ ਪਾਸ ਬੱਸ ਦੇ ਵਿੱਚ ਖੜ੍ਹ ਕੇ ਤੁਹਾਨੂੰ ਦਵਾਈ ਦੇ ਰਿਹਾ ਔਰ ਤੁਸੀਂ ਉਹਦਾ ਵਿਸ਼ਵਾਸ ਕਰਕੇ ਦਵਾਈ ਲੈ ਕੇ ਜਾ ਰਹੇ ਹੈਗੇ ਹੋ, ਅਤੇ ਫਿਰ ਕਹਿ ਰਹੇ ਜੀ ਮੈਂ ਪੇਨ ਤਾਂ ਮੇਰੀ ਹਟ ਗਈ ਪਰ ਬਿਮਾਰੀ ਮੇਰੀ ਵੱਧ ਗਈ ਹੈਗੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਸੁਨੀਲ ਕੁਮਾਰ ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਅੱਜ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੋਡਿਆਂ ਦਾ ਦਰਦ ਕਿਉਂ ਹੁੰਦਾ ਹੈ, ਉਹਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ ਔਰ ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ। ਉਹਨੇ ਵੱਖ-ਵੱਖ ਐਕਸਰਸਾਈਜ਼ ਵੀ ਦੱਸੀਆਂ ਨੇ ਔਰ ਨਾਲੇ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਐਕਸਰਸਾਈਜ਼ ਕਰਨ ਨਾਲ ਜਿਹੜੇ ਇਹ ਗੋਡਿਆਂ ਦਾ ਦਰਦ ਹੈ ਨਹੀਂ ਠੀਕ ਹੁੰਦਾ ਤਾਂ ਉਹਨਾਂ ਕੋਲ ਇੱਕ ਬੜਾ ਵਧੀਆ ਫਾਰਮੂਲਾ ਹੈਗਾ। ਉਸ ਫਾਰਮੂਲੇ ਨਾਲ ਹੁਣ ਤੱਕ ਉਹ ਸੈਂਕੜੇ ਮਰੀਜ਼ਾਂ ਹੀ ਨਹੀਂ ਸਗੋਂ ਹਜ਼ਾਰਾਂ ਮਰੀਜ਼ਾਂ ਨੂੰ ਜਿਹੜਾ ਇਸ ਦਾ ਲਾਭ ਦੇ ਚੁੱਕੇ ਨੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਬਿਮਾਰੀ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਸਕੇ ਸੰਬੰਧੀ ਨੂੰ, ਕਿਸੇ ਦੋਸਤ ਮਿੱਤਰ ਨੂੰ ਹੈ ਤਾਂ ਇਹ ਜਿਹੜਾ ਇਸ ਵੀਡੀਓ ਦੇ ਹੇਠਾਂ ਬਿਲਕੁਲ ਨੰਬਰ ਚੱਲ ਰਿਹਾ, ਤੁਸੀਂ ਉਸ ਨੰਬਰ ਤੇ ਕਾਲ ਕਰਕੇ ਆਪਣੀ ਸਮੱਸਿਆ, ਆਪਣੇ ਪਰਿਵਾਰ ਦੀ ਸਮੱਸਿਆ ਜਾਂ ਕਿਸੇ ਯਾਰ ਦੋਸਤ ਦੀ ਸਮੱਸਿਆ ਜਿਸ ਨੂੰ ਗੋਡਿਆਂ ਦੀ ਹੈ ਉਹ ਤੁਸੀਂ ਸਾਂਝੀ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਨਾਲ ਕੰਸਲਟ ਕਰਕੇ ਤੁਹਾਡੀ ਬਿਮਾਰੀ ਦੀ, ਤੁਹਾਡੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀਏ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਉਸ ਕਮੈਂਟ ਦੇ ਜ਼ਰੀਏ ਡਾਕਟਰ ਸਾਹਿਬ ਨਾਲ ਰਾਬਤਾ ਕਰਕੇ ਤੁਹਾਡਾ ਸਵਾਲ, ਤੁਹਾਡਾ ਸ਼ੰਕਾ ਦੂਰ ਕਰ ਸਕੀਏ। ਧੰਨਵਾਦ।